ਹਾਂਜੀ ਬੇਟਾ, ਇਹ ਆਪਣਾ ਜਿਹੜਾ ਹੈਗਾ 23 ਨਵੰਬਰ ਦਾ ਲੈਕਚਰ ਹੈ। ਇਹਦੇ ਵਿੱਚ ਕੀ ਹੈਗਾ, ਆਪਾਂ ਡਿਸਕਸ ਕਰਾਂਗੇ ਯੂਲਰ ਪਾਥ ਐਂਡ ਯੂਲਰ ਸਰਕਟ ਦੇ ਬਾਰੇ। ਯੂਲਰ ਪਾਥ ਅਤੇ ਯੂਲਰ ਸਰਕਟ ਕੀ ਹੁੰਦਾ ਹੈ, ਇਹਨੂੰ ਲਿਓਨਹਾਰਡ ਯੂਲਰ ਨੇ ਜਿਹੜਾ ਹੈਗਾ ਇਸ ਬਾਰੇ ਦੱਸਿਆ ਸੀਗਾ, ਇਸ ਤਰ੍ਹਾਂ ਦੀਆਂ ਪ੍ਰੋਬਲਮਸ ਬਾਰੇ ਜਿਹੜੀਆਂ ਕਿ ਆਪਣੇ ਕੰਪਿਊਟਰ ਦੇ ਵਿੱਚ ਨੋਰਮਲੀ ਯੂਜ਼ ਹੁੰਦੀਆਂ ਹੈਗੀਆਂ। ਗ੍ਰਾਫ ਥਿਊਰੀ ਦੀਆਂ ਜਿੰਨੀਆਂ ਵੀ ਆਪਾਂ ਪ੍ਰੋਬਲਮਸ ਕਰ ਰਹੇ ਹੈਗੇ, ਇਹ ਜਿਹੜੀਆਂ ਹੈਗੀਆਂ ਕੰਪਿਊਟਰ ਦੇ ਵਿੱਚ ਆਪਣੀਆਂ ਯੂਜ਼ ਹੁੰਦੀਆਂ ਹੈਗੀਆਂ ਕਿ ਕਿਸ ਤਰ੍ਹਾਂ ਆਪਾਂ ਸਰਕਿਟਸ ਨੂੰ ਬਣਾ ਸਕਦੇ ਹੈਗੇ, ਉਹਨਾਂ ਨੂੰ ਕਰੂਜ਼ ਕਰਨਾ ਹੈਗਾ। ਤਾਂ ਫਸਟ ਆਪਣੇ ਕੋਲ ਹੈਗਾ ਯੂਲਰ ਪਾਥ। ਯੂਲਰ ਪਾਥ ਕੀ ਹੁੰਦਾ ਹੈਗਾ, ਇਹ ਸਿੰਪਲ ਪਾਥ ਇਨ ਏ ਗ੍ਰਾਫ ਜੀ। ਜੇ ਆਪਾਂ ਨੂੰ ਕੋਈ ਗ੍ਰਾਫ ਜੀ ਦਿੱਤਾ ਹੋਇਆ ਅਤੇ ਇੱਕ ਸਿੰਪਲ ਪਾਥ ਨੂੰ ਆਪਾਂ ਕੀ ਕਹਿੰਦੇ ਹਾਂ, ਯੂਲਰ ਪਾਥ ਕਹਿੰਦੇ ਹਾਂ। ਇਫ ਇਟ ਟ੍ਰਾਂਸਵਰਸਿਸ ਐਵਰੀ ਐਜ ਆਫ ਗ੍ਰਾਫ ਐਗਜ਼ੈਕਟਲੀ ਵਨਸ। ਕਲੀਅਰ ਮੀਨਸ ਕੀ ਹੈਗਾ, ਜੇ ਆਪਾਂ ਗ੍ਰਾਫ ਦੀ ਹਰੇਕ ਐਜ ਨੂੰ ਟ੍ਰਾਂਸਵਰਸ ਕਰਦੇ ਹੈਗੇ ਐਗਜ਼ੈਕਟਲੀ ਵਨਸ ਮੀਨਸ ਇੱਕ ਵਾਰੀ, ਕਦੇ ਵੀ ਐਜ ਨੂੰ ਰਿਪੀਟ ਨਹੀਂ ਕਰਨਾ ਹੈਗਾ ਗਾ। ਅਤੇ ਹਰੇਕ ਐਜ ਨੂੰ ਆਪਾਂ ਕੀ ਕਰਨਾ, ਕਰੋਸ ਕਰਨਾ ਹੈਗਾ। ਠੀਕ ਹੈ, ਕਰੋਸ ਕਰਨ ਦਾ ਮਤਲਬ ਕੀ ਹੈਗਾ, ਜਿਵੇਂ ਕੋਈ ਵੀ ਆਪਣੇ ਕੋਲ ਡਾਇਗਰਾਮ ਹੈਗੀ, ਜਿਵੇਂ ਆ ਸਪੋਜ਼ ਐਜਿਸ ਬਣੀਆਂ ਹੋਈਆਂ E1 E2 E3 E4, ਤਾਂ ਇਹਦੇ ਵਿੱਚ ਕੀ ਹੈਗਾ, ਹਰੇਕ ਐਜ ਨੂੰ ਆਪਾਂ ਟ੍ਰਾਂਸਵਰਸ ਕਰਨਾ ਮੀਨਸ ਪਾਸ ਕਰਨਾ ਹੈਗਾ ਐਗਜ਼ੈਕਟਲੀ ਵਨਸ, ਇੱਕ ਵਾਰੀ ਕਰਨਾ ਹੈਗਾ। ਕਲੀਅਰ ਮਤਲਬ ਆਪਾਂ ਇੱਕ ਤੋਂ ਜ਼ਿਆਦਾ ਵਾਰ ਉਹਨੂੰ ਨਹੀਂ ਕਰਨਾ ਹੈਗਾ ਅਤੇ ਸਾਰਿਆਂ ਨੂੰ ਕਰਨਾ ਵੀ ਹੈਗਾ, ਕਿਸੇ ਨੂੰ ਆਪਾਂ ਛੱਡਣਾ ਵੀ ਨਹੀਂ ਹੈਗਾ ਗਾ। ਕਲੀਅਰ, ਤਾਂ ਅਜਿਹੇ ਪਾਥ ਨੂੰ ਆਪਾਂ ਕੀ ਕਹਿੰਦੇ ਹੈਗੇ, ਯੂਲਰ ਪਾਥ ਕਹਿੰਦੇ ਹੈਗੇ। ਕਲੀਅਰ ਬੇਟਾ, ਕਿ ਇਫ ਇਟ ਟ੍ਰਾਂਸਵਰਸ ਐਵਰੀ ਐਜ ਆਫ ਗ੍ਰਾਫ ਦੀ ਹਰੇਕ ਐਜ ਨੂੰ ਆਪਾਂ ਕੀ ਕਰਨਾ, ਟ੍ਰਾਂਸਵਰਸ ਕਰਨਾ ਮੀ ਪਾਸ ਕਰਨਾ ਐਗਜ਼ੈਕਟਲੀ ਵਨਸ, ਇੱਕ ਵਾਰ ਕਰਨਾ, ਇੱਕ ਤੋਂ ਜ਼ਿਆਦਾ ਵਾਰ ਵੀ ਨਹੀਂ ਕਰਨਾ ਹੈਗਾ, ਰਿਪੀਟ ਨਹੀਂ ਕਰਨਾ। ਇੱਕ ਗੱਲ ਦਾ ਇਹਦੇ ਵਿੱਚ ਧਿਆਨ ਰੱਖਣਾ ਬੇਟਾ, ਅਤੇ ਮੈਂ ਦੱਸ ਦੇਵਾਂ ਕਿ ਯੂ ਕੈਨ ਰਿਪੀਟ ਦਾ ਵਰਸਿਸ, ਜਿਹੜੇ ਆਹ ਵਰਸਿਸ ਹੈ ਤੁਸੀਂ ਇਹਨਾਂ ਨੂੰ ਰਿਪੀਟ ਕਰ ਸਕਦੇ ਹੋ ਕਿਸੇ ਵੀ ਗ੍ਰਾਫ ਦੇ ਵਿੱਚ, ਪਰ ਜਿਹੜੀ ਹੈਗੀ ਐਜ ਨੂੰ ਰਿਪੀਟ ਨਹੀਂ ਕਰਨਾ ਹੈਗਾ ਗਾ। ਐਜ ਤੁਹਾਡੀ ਐਗਜ਼ੈਕਟਲੀ ਵਨਸ ਇੱਕ ਵਾਰ ਹੀ ਆਏਗੀ। ਕਲੀਅਰ, ਬਟ ਵਰਸਿਸ ਜਿਹੜੇ ਆ ਉਹ ਰਿਪੀਟ ਹੋ ਸਕਦੇ ਹੈਗੇ। ਅੱਧੂ ਅੱਗੇ ਹੈਗਾ ਯੂਲਰ ਸਰਕਿਟ। ਯੂਲਰ ਸਰਕਿਟ ਇਜ਼ ਏ ਸਰਕਿਟ ਇਨ ਗ੍ਰਾਫ ਜੀ ਵਿਚ ਟ੍ਰਾਂਸਵਰਸ ਐਵਰੀ ਐਜ ਆਫ ਗ੍ਰਾਫ ਐਗਜ਼ੈਕਟਲੀ ਵਨਸ। ਇਹ ਵੀ ਸੇਮ ਚੀਜ਼ ਹੈਗੀ ਬਿਲਕੁਲ ਪਾਥ ਦੀ ਤਰ੍ਹਾਂ, ਕਿ ਕਿਸੇ ਵੀ ਸਰਕਿਟ ਨੂੰ ਆਪਾਂ ਯੂਲਰ ਸਰਕਿਟ ਕਹਾਂਗੇ ਜੋ ਗ੍ਰਾਫ ਦੀ ਹਰੇਕ ਐਜ ਨੂੰ ਟ੍ਰਾਂਸਵਰਸ ਕਰ ਰਿਹਾ ਐਗਜ਼ੈਕਟਲੀ ਵਨਸ, ਇੱਕ ਵਾਰ। ਠੀਕ ਹੈ, ਹਰੇਕ ਐਜ 'ਤੇ ਜਾਣਾ ਵੀ ਹੈਗਾ, ਪਰ ਜਾਣਾ ਵੀ ਇੱਕ ਵਾਰ ਹੀ ਹੈ। ਪਰ ਸਰਕਿਟ ਦਾ ਕੀ ਮਤਲਬ ਹੁੰਦਾ, ਯੂਲਰ ਸਰਕਿਟ ਇਜ਼ ਸਿੰਪਲੀ ਏ ਕਲੋਜ਼ ਸਰਕਿਟ ਹੁੰਦਾ ਹੈਗਾ। ਕਲੀਅਰ, ਕਲੋਜ਼ ਯੂਲਰ ਪਾਥ ਹੈ। ਕਲੋਜ਼ ਯੂਲਰ ਪਾਥ ਦਾ ਕੀ ਮਤਲਬ ਹੈ ਕਿ ਇਹਦਾ ਸਟਾਰਟਿੰਗ ਸਰਕਿਟ ਦੇ ਵਿੱਚ ਸਟਾਰਟਿੰਗ ਅਤੇ ਐਂਡਿੰਗ ਪੁਆਇੰਟ ਆਪਣਾ ਕੀ ਹੋਏਗਾ, ਸੇਮ ਹੋਏਗਾ। ਵੀ ਆਲਸੋ ਕਾਲ ਇਟ ਯੂਲਰ ਲਾਈਨ ਵੀ ਇਹਨੂੰ ਕਿਹਾ ਜਾਂਦਾ ਹੈ। ਕਲੀਅਰ ਬੇਟਾ, ਪਾਥ ਦੇ ਵਿੱਚ ਸਟਾਰਟਿੰਗ ਅਤੇ ਐਂਡਿੰਗ ਪੁਆਇੰਟ ਡਿਫਰੈਂਟ ਹੋ ਸਕਦਾ ਸੀ, ਪਰ ਸਰਕਿਟ ਦੇ ਵਿੱਚ ਜਿਹੜਾ ਹੈਗਾ ਆਪਣਾ ਸਟਾਰਟਿੰਗ ਅਤੇ ਐਂਡਿੰਗ ਪੁਆਇੰਟ ਜਿਹੜਾ ਸੇਮ ਹੁੰਦਾ ਹੈਗਾ। ਹਰੇਕ ਲਾਈਨ ਨੂੰ ਆਪਾਂ ਪਾਸ ਕਰਨਾ ਹੈਗਾ ਅਤੇ ਕਰਨਾ ਵੀ ਇੱਕ ਹੀ ਵਾਰ ਹੈ। ਅਤੇ ਯੂਲਰ ਗ੍ਰਾਫ ਦੀ ਡੈਫੀਨੇਸ਼ਨ ਕੀ ਹੈਗੀ, ਇਹ ਗ੍ਰਾਫ ਵਿੱਚ ਕੰਟੇਨਸ ਆਈਦਰ ਯੂਲਰ ਪਾਥ ਔਰ ਯੂਲਰ ਸਰਕਿਟ ਇਜ਼ ਕਾਲਡ ਦਾ ਯੂਲਰ ਗ੍ਰਾਫ। ਜਿਸ ਗ੍ਰਾਫ ਦੇ ਵਿੱਚ ਆਪਾਂ ਨੂੰ ਇੱਕ ਵੀ ਯੂਲਰ ਪਾਥ ਜਾਂ ਯੂਲਰ ਸਰਕਿਟ ਮਿਲ ਜਾਵੇ, ਉਹਨੂੰ ਆਪਾਂ ਕੀ ਕਹਿੰਦੇ ਹੈਗੇ, ਯੂਲਰ ਗ੍ਰਾਫ। ਇਹਦੀ ਐਗਜ਼ਾਮਪਲ ਹੈ, ਜਿਵੇਂ ਕਿ ਯੂਲਰ ਸਰਕਿਟ, ਪਹਿਲਾਂ ਸਪੋਜ਼ ਤੁਸੀਂ A ਤੋਂ ਸਟਾਰਟ ਕੀਤਾ, ਤਾਂ ਆਪਾਂ ਕੀ ਕਰਨਾ, ਹਰੇਕ ਐਜ ਨੂੰ ਟ੍ਰਾਂਸਵਰਸ ਕਰਨਾ। A ਤੋਂ B ਗਏ, B ਤੋਂ C ਗਏ, C ਤੋਂ D ਗਏ, D ਤੋਂ ਵਾਪਸ C 'ਤੇ ਆ ਗਏ। ਦੇਖੋ ਸਟਾਰਟਿੰਗ ਅਤੇ ਐਂਡਿੰਗ ਪੁਆਇੰਟ ਕੀ ਹੋ ਗਿਆ, ਸੇਮ ਹੋ ਗਿਆ, ਤਾਂ ਇਟ ਮੀਨਸ ਦਿਸ ਇਜ਼ ਅ ਯੂਲਰ ਸਰਕਿਟ। ਕਲੀਅਰ, ਸੈਕਿੰਡ ਆਪਣੇ ਕੋਲ ਡਾਇਗਰਾਮ ਹੈ, ਇਹਦੇ ਵਿੱਚ ਤੁਸੀਂ ਦੇਖੋ A ਤੋਂ B ਗਏ,
B ਤੋਂ C, C ਤੋਂ D, D ਤੋਂ A ਤੋਂ C। ਦੇਖੋ ਹਰੇਕ ਲਾਈਨ ਜਿਹੜੀ ਆ ਉਹ ਆਪਾਂ ਨੇ ਕਵਰ ਕਰ ਲਈ। ਕਲੀਅਰ। ਵਰਟਿਸਿਸ ਜ਼ਰੂਰ ਰਿਪੀਟ ਹੋਏਗੇ ਪਰ ਐਜ ਸਾਰੀ ਇੱਕ ਹੀ ਵਾਰ 'ਚ ਕਵਰ ਹੋਈ ਐਗਜ਼ੈਕਟਲੀ ਵਨਸ। ਸੋ ਜਿਨ੍ਹਾਂ ਦੇ ਤੁਹਾਨੂੰ ਦੱਸਿਆ ਸੀ ਜੇ ਸਟਾਰਟਿੰਗ ਅਤੇ ਐਂਡਿੰਗ ਪੁਆਇੰਟ ਡਿਫਰੈਂਟ ਹੋਵੇ ਦੈਨ ਦੈਟ ਇਜ਼ ਦਾ ਈਲਰ ਪਾਥ। ਉਹ ਆਪਣੇ ਕੋਲ ਕੀ ਬਣ ਜਾਂਦਾ, ਈਲਰ ਪਾਥ ਬਣ ਜਾਂਦਾ। ਜੇ ਸਟਾਰਟਿੰਗ ਅਤੇ ਐਂਡਿੰਗ ਪੁਆਇੰਟ ਸੇਮ ਹੈ ਦੈਟ ਇਜ਼ ਕੋਲਡ ਦਾ ਈਲਰ ਸਰਕਿਟ। ਕਲੀਅਰ। ਲਿਖਿਆ ਹੋਇਆ ਇੱਥੇ ਵੀ ਸਰਕਿਟ ਸਟਾਰਟਸ ਐਂਡ ਐਂਡਸ ਐਟ ਸੇਮ ਵਰਟੈਕਸ whereas path starts and ends at different vertices। ਉਸ ਤੋਂ ਬਾਅਦ ਥਿਓਰਮ ਹੈ। ਥਿਓਰਮ ਦੇ ਰਿਜ਼ਲਟਸ ਜਿਹੜੇ ਆ ਉਹ ਇੰਪੋਰਟੈਂਟ ਹੈ, ਉਹ ਤੁਸੀਂ ਧਿਆਨ 'ਚ ਰੱਖਣਾ ਹੈਗਾ ਕਿ ਇੱਕ ਕਨੈਕਟਡ ਗ੍ਰਾਫ G ਇਜ਼ ਏ ਈਲਰ ਗ੍ਰਾਫ ਹੋਏਗਾ। ਠੀਕ ਹੈ, ਕਨੈਕਟਡ ਗ੍ਰਾਫ, ਇਸ ਚੀਜ਼ ਦਾ ਧਿਆਨ ਰੱਖਣਾ। ਕਨੈਕਟ ਹੋਣੀ ਚਾਹੀਦੀ ਹੈ ਹਰੇਕ ਐਜ ਦੂਜੀ ਐਜ ਦੇ ਨਾਲ, ਤਾਂ ਆਪਣੇ ਕੋਲ ਸਰਕਿਟ ਬਣੇਗਾ। ਤਾਂ ਕਨੈਕਟਡ ਗ੍ਰਾਫ ਨੂੰ ਆਪਾਂ ਈਲਰ ਸਰਕਿਟ ਕਦੋਂ ਕਹਿੰਦੇ, ਇਫ all the vertices of G are of even degree। ਕਲੀਅਰ। ਜੇ ਇਹਦੇ ਸਾਰੇ ਦੇ ਸਾਰੇ ਜਿਹੜੇ ਵਰਟਿਸਿਸ ਹੈ ਉਹ ਕੀ ਹੋਣ, ਈਵਨ ਡਿਗਰੀ ਦੇ ਹੋਣ, then that graph is called the connected graph is called the ਈਲਰ ਗ੍ਰਾਫ ਆਪਾਂ ਉਹਨੂੰ ਕਹਾਂਗੇ। ਇਹਦੇ ਵਿੱਚ ਬੇਟਾ ਆਪਣੇ ਕੋਲ ਆ ਜਾਂਦਾ ਈਲਰ ਸਰਕਿਟ ਦੀ ਐਗਜ਼ਾਮਪਲ ਆ ਜਾਂਦੀ ਹੈ, ਜਿਵੇਂ ਕਿ ਉੱਪਰ ਆਪਾਂ ਡਾਇਗਰਾਮ 'ਚ ਕੀਤਾ ਸੀ। ਜੇ ਆਪਾਂ ਧਿਆਨ ਨਾਲ ਦੇਖੀਏ ਸਾਰੇ ਦੇ ਸਾਰੇ ਵਰਟਿਸਿਸ ਜਿਹੜੇ ਹੈਗੇ ਹੈ ਉਹਨਾਂ ਦੀ ਡਿਗਰੀ ਕਿੰਨੀ ਹੈ, 2 ਹੈ। 2 ਦਾ ਮਤਲਬ ਕੀ ਹੈਗਾ, ਈਵਨ ਡਿਗਰੀ ਹੈ। ਈਵਨ ਡਿਗਰੀ ਹੈ ਤਾਂ ਮੀਨਸ ਈਲਰ ਗ੍ਰਾਫ ਦੇ ਵਿੱਚ ਹਰੇਕ ਵਰਟੈਕਸ ਦੀ ਜਿਹੜੀ ਡਿਗਰੀ ਹੁੰਦੀ ਉਹ ਕੀ ਹੁੰਦੀ ਹੈ, ਈਵਨ ਡਿਗਰੀ ਹੁੰਦੀ ਹੈ। ਤਾਂ ਇਹਨੂੰ ਇੱਥੇ ਲਿਖਿਆ ਹੋਇਆ ਤੁਸੀਂ ਐਜ਼ ਇਟ ਇਜ਼ ਵਰਡਿੰਗ ਕਰ ਸਕਦੇ ਹੋ ਕਿ ਜੇ ਜੀ ਆਪਣੇ ਕੋਲ ਕਨੈਕਟਡ ਗ੍ਰਾਫ ਹੈ ਤਾਂ ਹੈਵਿੰਗ ਈਲਰ ਸਰਕਿਟ ਆਪਾਂ ਨੇ ਸ਼ੋ ਕਰਨਾ ਹੈ। ਉਹਦੇ ਵਿੱਚ ਈਲਰ ਸਰਕਿਟ ਆਪਾਂ ਸ਼ੋ ਕਰਾਂਗੇ ਤਾਂ ਹਰੇਕ ਵਰਟੈਕਸ ਦੀ ਈਵਨ ਡਿਗਰੀ ਈਲਰਸ ਹੈਵਿੰਗ ਈਲਰ ਸਰਕਿਟ ਆਪਾਂ ਨੂੰ ਗਿਵਨ ਹੈ ਅਤੇ ਆਪਾਂ ਉਹਦੀ ਈਵਨ ਡਿਗਰੀ ਸ਼ੋ ਕਰਨੀ ਹੈ। ਈਲਰ ਸਰਕਿਟ, ਈਲਰ ਗ੍ਰਾਫ ਦਾ ਮਤਲਬ ਈਲਰ ਸਰਕਿਟ ਗਿਵਨ ਹੈ ਕਿਉਂਕਿ ਸਰਕਿਟ 'ਚ ਹੀ ਪੋਸੀਬਲ ਹੈ। ਤਾਂ ਦੈਟ ਇਜ਼ ਵੀ ਇਹਦੀ ਕਿ ਹਰੇਕ ਵਰਟੈਕਸ ਦੀ ਡਿਗਰੀ ਈਵਨ ਸ਼ੋ ਕਰਾਂਗੇ। ਜੇ ਆਪਾਂ ਸਪੋਜ਼ ਕਰ ਲਈਏ ਕਿ ਆਪਾਂ ਏ ਵਰਟੈਕਸ ਤੋਂ ਸਟਾਰਟ ਕਰ ਰਹੇ ਹਾਂ ਤਾਂ ਆਪਾਂ ਦੂਜੇ ਵਰਟੈਕਸ 'ਤੇ ਜਾਵਾਂਗੇ, ਫਿਰ ਉਸ ਤੋਂ ਅਗਲੇ ਵਰਟੈਕਸ, ਕਿਉਂਕਿ ਈਲਰ ਗ੍ਰਾਫ ਹੈਗਾ ਜਾਂ ਈਲਰ ਸਰਕਿਟ ਆਪਾਂ ਕਹਿ ਲਈਏ ਤਾਂ ਹਰੇਕ ਵਰਟੈਕਸ ਜਿਹੜਾ ਹੈਗਾ ਅੱਗੇ ਦੀ ਅੱਗੇ ਪਾਸ ਹੁੰਦਾ ਚਲਾ ਜਾਏਗਾ। ਜੇ ਮਤਲਬ ਜਿਸ ਵੀ ਆਪਾਂ ਐਜ 'ਚ ਐਂਟਰ ਕਰ ਰਹੇ ਹੈਗੇ ਉਹਦਾ ਸਟਾਰਟਿੰਗ ਪੁਆਇੰਟ ਵੀ ਹੋਏਗਾ, ਐਂਡਿੰਗ ਪੁਆਇੰਟ ਵੀ ਆਪਣੇ ਕੋਲੇ। ਕਲੀਅਰ। ਲਿਖਿਆ ਹੋਇਆ ਸਪੋਜ਼ ਸਰਕਿਟ A begins at vertex A along edge E1 to some other vertex A1 then return to vertex। ਜੇ ਆਪਾਂ ਮੀਨਸ A ਤੋਂ ਸ਼ੁਰੂ ਕੀਤਾ ਗਾ A1 ਤੇ ਗਏ ਤਾਂ ਆਪਾਂ ਵਾਪਸ, ਕਿਉਂਕਿ ਸਰਕਿਟ ਹੈ, ਸਰਕਿਟ ਵਾਸਤੇ ਆਪਾਂ ਨੂੰ ਵਾਪਸ ਉਸੇ ਪੁਆਇੰਟ 'ਤੇ ਆਉਣਾ ਹੀ ਪਏਗਾ ਕਿਸੇ ਹੋਰ ਐਜ E2 ਦੇ ਥਰੂ। ਕਲੀਅਰ। ਤਾਂ ਦੇਖੋ ਦੋਨਾਂ ਦੀ ਡਿਗਰੀ ਕੀ ਹੋ ਜਾਏਗੀ, 2 ਹੋ ਜਾਏਗੀ। ਸਿਮਿਲਰਲੀ ਇਹੀ ਚੀਜ਼ ਇੱਥੇ ਲਿਖੀ ਹੋਈ ਹੈ, ਜੇ ਆਪਾਂ ਵਰਟੈਕਸ ਜ਼ਿਆਦਾ ਹੈਗੇ ਤਾਂ ਵੀ ਵਾਪਸ ਆਪਾਂ ਨੂੰ ਉਸੇ ਵਰਟੈਕਸ 'ਤੇ ਆਉਣ ਵਾਸਤੇ ਡਿਗਰੀ ਜਿਹੜੀ ਉਹ ਆਪਣੇ ਕੋਲ 2 ਹੀ ਆ ਜਾਏਗੀ। ਇਹੀ ਚੀਜ਼ ਇੱਥੇ ਲਿਖੀ ਹੋਈ ਹੈਗੀ। ਉਸ ਤੋਂ ਬਾਅਦ ਕਨਵਰਸ ਹੈਗਾ ਕਿ ਜੇ ਜੀ ਆਪਣੇ ਕੋਲ ਕਨੈਕਟਡ ਗ੍ਰਾਫ ਹੈ ਅਤੇ ਹਰੇਕ ਵਰਟੈਕਸ ਦੀ ਡਿਗਰੀ ਈਵਨ ਹੈ ਦੈਨ ਦੈਟ ਇਜ਼ ਅ ਈਲਰ ਸਰਕਿਟ। ਉਹ ਆਪਣੇ ਕੋਲ ਈਲਰ ਸਰਕਿਟ ਹੋਏਗਾ। ਇਹ ਵੀ ਚੀਜ਼ ਆਪਾਂ ਨੂੰ ਪਤਾ ਹੀ ਹੈ ਕਿਉਂਕਿ ਜੇ ਹਰੇਕ ਡਿਗਰੀ ਕੀ ਹੈ, ਈਵਨ ਡਿਗਰੀ ਹੈ। ਈਵਨ ਡਿਗਰੀ ਹੈ ਮੀਨਸ ਹਰੇਕ ਵਰਟੈਕਸ ਦੀ ਈਵਨ ਡਿਗਰੀ ਹੈ ਤਾਂ ਆਪਾਂ ਕੀ ਕਰ ਰਹੇ ਹੈਗੇ, ਹਰੇਕ ਵਰਟੈਕਸ 'ਤੇ ਜਦੋਂ ਜਾ ਰਹੇ ਹਾਂ ਫਿਰ ਐਜ 'ਤੇ ਜਾ ਰਹੇ ਹੈਗੇ ਤਾਂ ਹਰੇਕ ਐਜ ਜਿਹੜੀ ਵੀ ਐਜ 'ਤੇ ਜਾਵਾਂਗੇ ਉਹਦਾ ਸਟਾਰਟਿੰਗ ਪੁਆਇੰਟ ਵੀ ਹੋਏਗਾ, ਐਂਡਿੰਗ ਪੁਆਇੰਟ ਵੀ ਹੋਏਗਾ। ਕਲੀਅਰ। ਅੱਗੇ ਦੀ ਅੱਗੇ ਜਾਂਦੇ ਹੀ ਜਾਵਾਂਗੇ ਕਿਉਂਕਿ ਡਿਗਰੀ ਆਪਣੇ ਕੋਲ 2 ਹੈ ਹਰੇਕ ਵਰਟੈਕਸ ਦੀ, ਉਸ 'ਚ ਆਪਾਂ ਐਂਟਰ ਵੀ ਕਰਾਂਗੇ ਅਤੇ ਐਗਜ਼ਿਟ ਵੀ ਕਰਾਂਗੇ। ਦੈਨ ਦੈਟ ਇਜ਼ ਤਾਂ ਜਦੋਂ ਆਪਾਂ ਐਂਡ ਵਾਪਸ ਕੀ ਹੈਗਾ ਉਸੇ ਪੁਆਇੰਟ 'ਤੇ ਜਦੋਂ ਵਾਪਸ ਆ ਜਾਵਾਂਗੇ, ਕਿਉਂਕਿ ਇੱਦਾਂ ਨਹੀਂ ਹੋ ਸਕਦਾ ਹੈਗਾ ਕਿਤੇ ਹੋਰ ਚਲੇ ਜਾਵਾਂਗੇ। ਕਿਤੇ ਹੋਰ ਚਲੇ ਜਾਵਾਂਗੇ ਤਾਂ ਉਹ ਡਿਗਰੀ ਕੀ ਹੋ ਜਾਏਗੀ, ਪਾਥ ਬਣ ਜਾਏਗਾ, ਡਿਗਰੀ 1 ਆ ਜਾਏਗੀ, ਔਰ ਆ ਜਾਏਗੀ। ਤਾਂ ਈਵਨ ਆਪਾਂ ਨੂੰ ਜਦੋਂ ਡਿਗਰੀਜ਼ ਦਿੱਤੀਆਂ ਹੋਈਆਂ ਤਾਂ ਵਾਪਸ ਆਪਾਂ ਨੂੰ ਉੱਥੇ ਹੀ ਆਉਣਾ ਪਏਗਾ। ਦੈਨ ਦੈਟ ਇਜ਼ ਦਾ ਈਲਰ ਸਰਕਿਟ ਬਣ ਜਾਏਗਾ ਆਪਣੇ ਕੋਲ। ਕਲੀਅਰ। ਆਹ ਚੀਜ਼ ਬੇਟਾ ਰੀਡ ਕਰ ਲਿਓ। ਨੈਕਸਟ ਜਿਹੜਾ ਰਿਜ਼ਲਟ ਹੈਗਾ
कि कोई भी ग्राफ अपने कोले हुंदा है, ए ग्राफ हैज़ यूलर पाथ। इत्थे देखो यूलर पाथ, पहला सर्किट वास्ते सी सर्किट 'च अपने कोले डिग्री ईवन ही हुंदी हैगी। पाथ दे विच की हुंदा है, इफ ए ग्राफ हैज़ यूलर पाथ अपने कोले है, दैन इट इज़ आइदर नो वर्टेक्स ऑफ और डिग्री, ਤਾਂ ਉਹਦੇ 'ਚ ਕੋਈ ਵੀ ਵਰਟੈਕਸ ਹੈ ਜਿਹੜਾ ਉਹ ਡਿਗਰੀ ਦਾ ਨਹੀਂ ਹੋਏਗਾ, ਜਾਂ ਫਿਰ ਦੋ ਵਰਸਿਸ ਹੋਣਗੇ ਓਡ ਡਿਗਰੀ ਦੇ। ਕਲੀਅਰ। ਹੁਣ ਦੇਖੋ ਇਹ ਵੀ ਆਪਾਂ ਡਾਇਗਰਾਮ ਦੇ ਥਰੂ ਤੁਹਾਨੂੰ ਸਮਝਾਵਾਂ। ਹੁਣ ਆਪਣੇ ਕੋਲੇ ਦੋ ਵਰਸਿਸ ਸੀਗੇ A ਐਂਡ C, ਜਿਨ੍ਹਾਂ ਦੀ ਕੀ ਸੀਗੀ ਓਡ ਡਿਗਰੀ। ਦੇਖੋ 1 2 3 3 1 2 3 ਦੈਟ ਇਜ਼ ਓਡ ਨੰਬਰ। ਤਾਂ ਦੋ ਵਰਸਿਸ ਹੋਣਗੇ ਜਾਂ ਤਾਂ ਓਡ ਡਿਗਰੀ ਦੇ। ਕਲੀਅਰ। ਜਾਂ ਫਿਰ ਆਪਣੇ ਕੋਲੇ ਦੇਖੋ ਕੋਈ ਵੀ ਵਰਟੈਕਸ ਨਹੀਂ ਹੈਗਾ ਗਾ ਜਿਹਦੀ ਓ ਡਿਗਰੀ ਹੋਵੇ, ਤਾਂ ਉਹ ਸਰਕਿਟ ਬਣ ਜਾਂਦਾ ਆਪਣੇ ਕੋਲੇ। ਕਲੀਅਰ। ਕੋਈ ਵੀ ਵਰਟੈਕਸ ਨਹੀਂ ਹੋਏਗਾ ਜਿਹਦੀ ਡਿਗਰੀ ਓਡ ਹੋਵੇ, ਜਾਂ ਫਿਰ ਦੋ ਵਰਸਿਸ ਹੋਣਗੇ ਜਿਨ੍ਹਾਂ ਦੀ ਡਿਗਰੀ ਕੀ ਹੋਏਗੀ ਓਡ ਹੋਏਗੀ। ਜਿਵੇਂ ਕਿ ਆਪਾਂ ਸਪੋਜ਼ ਕਰ ਲਈਏ ਜੇ ਗ੍ਰਾਫ ਆਪਣੇ ਕੋਲੇ G ਹੈ, ਠੀਕ ਹੈ, ਤਾਂ ਜੇ G ਗ੍ਰਾਫ ਦੇ ਵਿੱਚ ਆਪਣੇ ਕੋਲੇ ਆਪਾਂ ਇਹ ਵਰਟੈਕਸ ਤੋਂ ਸਟਾਰਟ ਕਰ ਰਹੇ ਹਾਂ ਅਤੇ ਵਾਪਸ ਇਹ ਵਰਟੈਕਸ 'ਤੇ ਹੀ ਆ ਰਹੇ ਹੈਗੇ, ਤਾਂ ਦੇਖੋ ਇਹਦੀ ਡਿਗਰੀ ਕੀ ਹੋ ਜਾਏਗੀ 2 ਹੈ, ਕਿਉਂਕਿ ਲੂਪ ਦੀ ਡਿਗਰੀ ਆਪਾਂ ਨੂੰ ਪਤਾ 2 ਹੁੰਦੀ ਹੈਗੀ। ਕਲੀਅਰ। ਤਾਂ ਦੈਟ ਇਜ਼ ਦਾ ਈਵਨ ਡਿਗਰੀ। ਓਕੇ, ਉਹ ਆਪਣੇ ਕੋਲੇ ਕੀ ਬਣ ਜਾਏਗੀ ਈਵਨ ਡਿਗਰੀ ਬਣ ਜਾਏਗੀ, ਦੈਟ ਇਜ਼ ਦਾ ਸਰਕਿਟ ਬਣ ਜਾਏਗਾ। ਕਲੀਅਰ। ਜੇ ਆਪਾਂ ਉੱਥੇ ਹੀ ਖ਼ਤਮ ਨਹੀਂ ਕਰਦੇ, ਇੱਕ ਵਰਟੈਕਸ ਤੋਂ ਸ਼ੁਰੂ ਹੋ ਕੇ ਆਪਾਂ ਕਿਸੇ ਦੂਜੇ ਵਰਟੈਕਸ 'ਤੇ ਜਾ ਰਹੇ ਹੈਗੇ, ਕਲੀਅਰ, ਥਰੂ ਐਜ ਈਵਨ, ਤਾਂ ਆਪਣੇ ਕੋਲੇ ਕੀ ਬਣ ਜਾਏਗਾ, ਦੇਖੋ ਦੋ ਵਰਸਿਸ ਬਣ ਜਾਣਗੇ ਜਿਨ੍ਹਾਂ ਦੀ ਕੀ ਹੈ ਓਡ ਡਿਗਰੀ ਹੈਗੀ। ਕਲੀਅਰ। ਜਾਂ ਤਾਂ ਆਪਣੇ ਕੋਲੇ ਦੋ ਵਰਸਿਸ ਹੋਣਗੇ ਜਿਨ੍ਹਾਂ ਦੀ ਡਿਗਰੀ ਕੀ ਹੋਏਗੀ ਓਡ ਹੋਏਗੀ, ਜਾਂ ਫਿਰ ਗ੍ਰਾਫ ਦੇ ਵਿੱਚ ਕੋਈ ਵੀ ਵਰਟੈਕਸ ਨਹੀਂ ਹੋਏਗਾ ਜਿਹਦੀ ਡਿਗਰੀ ਕੀ ਹੋਵੇ ਆਪਣੇ ਕੋਲੇ ਓਡ ਹੋਵੇ। ਤਾਂ ਕਨਵਰਸ ਵੀ ਇਹਦਾ ਟਰੂ ਹੈ ਕਿ ਇਫ G ਇਜ਼ ਕਨੈਕਟਡ ਗ੍ਰਾਫ ਹੈਵਿੰਗ ਆਈਦਰ 0 ਔਰ 2 ਵਰਸਿਸ ਆਫ ਡਿਗਰੀ, ਤਾਂ ਉਹ ਆਪਣੇ ਕੋਲੇ ਕੀ ਹੁੰਦਾ ਹੈਗਾ ਈਲਰ ਪਾਥ ਹੁੰਦਾ। ਜੇ ਆਪਣੇ ਕੋਲੇ ਦੋ ਵਰਸਿਸ ਔਰ ਡਿਗਰੀ ਦੇ ਹੈ, ਜਾਂ ਕੋਈ ਵੀ ਵਰਸਿਸ ਔਰ ਡਿਗਰੀ ਦਾ ਨਹੀਂ ਹੈਗਾ ਗਾ, ਤਾਂ ਇੱਥੋਂ ਆਪਾਂ ਕੀ ਰਿਜ਼ਲਟ ਕਰ ਸਕਦੇ ਹਾਂ। ਰਿਜ਼ਲਟ ਧਿਆਨ 'ਚ ਰੱਖਣੇ ਹੈ। ਇਫ ਆਲ ਦਾ ਵਰਸਿਸ ਆਰ ਆਫ ਈਵਨ ਡਿਗਰੀ, ਜੇ ਸਾਰੇ ਵਰਸਿਸ ਦੀ ਡਿਗਰੀ ਈਵਨ ਹੈ ਤਾਂ ਆਪਾਂ ਉਹਨੂੰ ਕੀ ਕਹਾਂਗੇ ਈਲਰ ਸਰਕਿਟ ਕਹਾਂਗੇ। ਇਫ 2 ਵਰਸਿਸ ਆਰ ਆਫ ਔਰ ਡਿਗਰੀ, ਜੇ ਦੋ ਵਰਸਿਸ ਦੀ ਔਰ ਡਿਗਰੀ ਹੈ ਤਾਂ ਉਹ ਆਪਣੇ ਕੋਲੇ ਕੀ ਬਣ ਜਾਏਗਾ ਈਲਰ ਪਾਥ ਬਣ ਜਾਏਗਾ। ਇਸ ਚੀਜ਼ ਦਾ ਧਿਆਨ ਰੱਖਣਾ ਹੈ। ਜੇ ਦੋ ਵਰਸਿਸ ਦੀ ਓਡ ਡਿਗਰੀ ਹੈਗੀ, ਦੈਟ ਇਜ਼ ਦਾ ਈਲਰ ਪਾਥ, ਨੋਟ ਸਰਕਿਟ। ਉਹ ਸਰਕਿਟ ਨਹੀਂ ਬਣੇਗਾ, ਪਾਥ ਬਣੇਗਾ। ਇਫ ਮੋਰ ਦੈਨ 2 ਵਰਸਿਸ ਆਰ ਆਫ ਡਿਗਰੀ, ਇਹ ਵੀ ਰਿਜ਼ਲਟ ਬੇਟਾ ਧਿਆਨ 'ਚ ਰੱਖਣਾ ਹੈਗਾ ਕਿ ਜੇ ਦੋ ਤੋਂ ਜ਼ਿਆਦਾ ਵਰਸਿਸ ਦੀ ਓਡ ਡਿਗਰੀ ਹੈ, ਦੈਨ ਗ੍ਰਾਫ ਹੈਜ਼ ਨਾਈਦਰ ਈਲਰ ਪਾਥ ਨੋਰ ਈਲਰ ਸਰਕਿਟ। ਨਾ ਤਾਂ ਉਹਦੇ ਵਿੱਚ ਈਲਰ ਪਾਥ ਹੋਏਗਾ, ਨਾ ਹੀ ਉਹਦਾ ਈਲਰ ਸਰਕਿਟ ਬਣੇਗਾ, ਮੀਨਜ਼ ਉਹ ਈਲਰ ਗ੍ਰਾਫ ਨਹੀਂ ਹੋਏਗਾ। ਕਲੀਅਰ ਬੇਟਾ। ਇਸ ਚੀਜ਼ ਨੂੰ ਤੁਸੀਂ ਧਿਆਨ 'ਚ ਰੱਖਣਾ ਹੈ। ਦੋ ਹੀ ਹੋਣੇ ਚਾਹੀਦੇ ਹੈਗੇ ਵਰਸਿਸ ਜਿਨ੍ਹਾਂ ਦੀ ਓਡ ਡਿਗਰੀ ਹੋਏਗੀ ਤਾਂ ਈਲਰ ਪਾਥ ਬਣੇਗਾ। ਜੇ ਦੋ ਤੋਂ ਜ਼ਿਆਦਾ ਆਪਣੇ ਕੋਲੇ ਜੇ 4 ਜਾਂ 6 ਈਵਨ 'ਚ ਵੀ ਇੱਦਾਂ ਦੇ ਆ ਜਾਂਦੇ ਆ ਤਾਂ ਉਹ ਈਲਰ ਪਾਥ ਜਾਂ ਸਰਕਿਟ ਨਹੀਂ ਬਣਾਉਣਗੇ। ਇਹ ਨਾਲ ਦੀ ਤੁਸੀਂ ਬੇਟਾ ਐਗਜ਼ਾਮਪਲ ਦੇਖ ਸਕਦੇ ਹੋ, ਜਿਵੇਂ ਕਿ ਤੁਹਾਡੀ ਆਹ 4th ਐਗਜ਼ਾਮਪਲ ਹੈਗੀ ਕਿ ਫਾਈਂਡ ਦਾ ਈਲਰ ਪਾਥ ਔਰ ਸਰਕਿਟ। ਆਪਾਂ ਨੂੰ ਡਾਇਗਰਾਮ ਦਿੱਤੀ ਹੈ, ਕਹਿੰਦੇ ਪਤਾ ਕਰੋ ਕਿ ਇਹਦੇ ਵਿੱਚ ਈਲਰ ਪਾਥ ਬਣ ਰਿਹਾ ਜਾਂ ਸਰਕਿਟ ਬਣ ਰਿਹਾ। ਤਾਂ ਉਹਦੇ ਵਾਸਤੇ ਕੀ ਹੈਗਾ, ਤੁਸੀਂ ਕੁਛ ਨਹੀਂ ਕਰਨਾ ਗਾ, ਜਸਟ ਤੁਸੀਂ ਕੀ ਕਰਨਾ ਹੈਗਾ ਇਹਦੀ ਡਿਗਰੀ ਦੇਖਣੀ ਆ। ਹਰੇਕ ਵਰਟੈਕਸ ਦੀ ਡਿਗਰੀ ਲਿਖ ਲਓ। ਵਰਟੈਕਸ A ਦੀ ਡਿਗਰੀ ਆਪਣੇ ਕੋਲ ਹੈਗੀ 1, B ਦੀ ਡਿਗਰੀ ਹੈਗੀ ਆਪਣੇ ਕੋਲ 1 2 3, ਕਲੀਅਰ। C ਦੀ ਡਿਗਰੀ 1, D ਦੀ ਡਿਗਰੀ ਦੇਖੋ ਲੂਪ ਬਣਿਆ ਹੋਇਆ ਹੈਗਾ ਅਤੇ ਇੱਕ ਆਹ ਵਾਲੀ ਐਜ ਹੈ, ਦੈਟ ਮੀਨਸ 3 ਡਿਗਰੀ ਹੋ ਜਾਏਗੀ। ਤਾਂ ਹੁਣ ਦੇਖੋ ਇਹਦੇ ਵਿੱਚ ਕਿੰਨੇ ਵਰਸਿਸ ਹੈ ਜਿਨ੍ਹਾਂ ਦੀ ਓਡ ਡਿਗਰੀ ਆਪਣੇ ਕੋਲ ਆ ਰਹੀ ਹੈ, ਦੈਟ ਇਜ਼ 4 ਵਰਸਿਸ। ਅਤੇ ਹੁਣੇ ਮੈਂ ਤੁਹਾਨੂੰ ਦੱਸਿਆ ਸੀ ਜੇ ਦੋ ਤੋਂ ਜ਼ਿਆਦਾ ਵਰਸਿਸ ਆਪਣੇ ਕੋਲ ਆ ਜਾਂਦੇ ਆ ਓਡ ਡਿਗਰੀ ਦੇ, ਦੈਟ ਇਜ਼ ਨਾਈਦਰ ਈਲਰ ਪਾਥ ਨੋਰ ਈਲਰ ਸਰਕਿਟ। ਕਲੀਅਰ। ਵੈਸੇ ਵੀ ਜੇ ਆਪਾਂ ਧਿਆਨ ਨਾਲ ਦੇਖੀਏ ਇਹ ਕੀ ਹੈ, ਹਰੇਕ ਐਜ ਨੂੰ ਕਵਰ ਨਹੀਂ ਕਰ ਪਾਏਗਾ, ਵਾਪਸ ਆਪਾਂ ਨੂੰ ਐਜ ਰਿਪੀਟ ਕਰਨੀ ਪਏਗੀ ਤਾਂ ਆਪਣੇ ਕੋਲ ਈਲਰ ਪਾਥ ਜਾਂ ਸਰਕਿਟ ਨਹੀਂ ਬਣੇਗਾ। ਸਿਮਿਲਰਲੀ ਇਹਦੇ ਵਿੱਚ ਸਿੰਪਲ ਮੈਥਡ ਇਹ ਹੈ, ਤੁਸੀਂ ਹਰੇਕ ਵਰਟੈਕਸ ਦੀ ਡਿਗਰੀ ਹੈ ਜਿਹੜੀ ਉਹ ਨੋਟ ਕਰ ਲਓ ਕਿੰਨੀ ਹੈ। ਜਿਵੇਂ P ਦੀ ਡਿਗਰੀ 1, Q ਦੀ 1, T ਦੀ 1, S ਦੀ 1, R ਦੀ ਡਿਗਰੀ ਆਪਣੇ ਕੋਲ 4 ਹੈਗੀ। ਕਲੀਅਰ। ਤਾਂ 4 ਵਰਸਿਸ ਹੈ ਜਿਨ੍ਹਾਂ ਡਿਗਰੀ 1 ਹੈ, ਤਾਂ ਆਪਾਂ ਇੱਥੋਂ ਸਿੱਧਾ ਹੀ ਕਹਿ ਸਕਦੇ ਹਾਂ ਇਹ ਈਲਰ ਪਾਥ ਜਾਂ ਸਰਕਿਟ ਨਹੀਂ ਹੈਗਾ ਗਾ। ਅਤੇ ਜੇ ਆਪਾਂ ਵੀ ਡਾਇਗਰਾਮ 'ਚ ਦੇਖੀਏ ਤਾਂ ਆਪਾਂ ਨੂੰ ਪਤਾ ਚੱਲੇਗਾ, ਦੇਖੋ
ਹਰੇਕ ਐਜ ਨੂੰ ਦੇਖੋ ਪੀ ਤੋਂ ਆਰ ਤੋਂ ਕਿਊ, ਫਿਰ ਜੇ ਵਾਪਸ ਆਪਾਂ ਇਸ 'ਤੇ ਜਾਣਾ ਤਾਂ ਵਾਪਸ ਆਰ 'ਤੇ ਹੁੰਦਾ, ਐਜ ਰਿਪੀਟ ਹੋਏਗੀ। ਜੇ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਐਜ ਰਿਪੀਟ ਨਹੀਂ ਕਰਨੀ ਹੈਗੀ ਉਲਰ ਪਾਥ ਦੇ ਵਿੱਚ ਜਾਂ ਸਰਕਟ 'ਚ, ਉਲਰ ਗ੍ਰਾਫ ਦੇ ਵਿੱਚ ਐਜ ਰਿਪੀਟ ਨਹੀਂ ਹੁੰਦੀ ਹੈਗੀ। ਜੇ ਰਿਪੀਟ ਨਹੀਂ ਹੁੰਦੀ ਤਾਂ ਇਟ ਮੀਨਸ ਉਹ ਕੀ ਆਪਣੇ ਕੋਲੇ ਉਲਰ ਸਰਕਟ ਬਣੇਗਾ, ਅਦਰਵਾਈਜ਼ ਨਹੀਂ ਬਣੇਗਾ। ਕਲੀਅਰ। ਉਸ ਤੋਂ ਬਾਅਦ ਅਗਲੀ ਐਗਜ਼ਾਮਪਲ ਦੇ ਵਿੱਚ ਵੀ ਤੁਸੀਂ ਕੱਢਣਾ ਹੈਗਾ ਕਿ ਗ੍ਰਾਫ ਇਹ ਉਲਰ ਸਰਕਟ ਜਾਂ ਪਾਥ ਹੈ ਜਾਂ ਨਹੀਂ ਹੈ, ਅਤੇ ਤੁਸੀਂ ਕੱਢ ਸਕਦੇ ਹੋਗੇ। ਇਹਨਾਂ ਨੇ ਲਿਖਿਆ ਹੋਇਆ ਹੈਗਾ ਜਿਵੇਂ ਕਿ ਏ ਤੋਂ ਐਫ 'ਤੇ ਗਏ, ਐਫ ਤੋਂ ਸੀ, ਸੀ ਤੋਂ ਸੀ ਤੋਂ ਡੀ, ਡੀ ਤੋਂ ਈ ਤੋਂ ਐਫ। ਕਲੀਅਰ। ਹਰੇਕ ਐਜ ਜਿਹੜੀ ਆ ਉਹ ਆਪਾਂ ਨੇ ਕਵਰ ਕਰਨੀ ਹੈ। ਏ ਤੋਂ ਐਫ, ਐਫ ਤੋਂ ਸੀ, ਸੀ ਤੋਂ ਡੀ, ਡੀ ਤੋਂ ਈ ਤੋਂ ਐਫ, ਐਫ ਤੋਂ ਸੀ, ਸੀ ਤੋਂ ਬੀ, ਬੀ ਤੋਂ ਵਾਪਸ ਆਪਾਂ ਕੀ ਆ ਗਏ ਏ 'ਤੇ ਆ ਗਏ। ਕਲੀਅਰ। ਹਰੇਕ ਐਜ ਜਿਹੜੀ ਹੈ ਗ੍ਰਾਫ ਦੀ ਉਹ ਆਪਾਂ ਨੇ ਕਵਰ ਕਰਨੀ ਹੈਗੀ, ਅਤੇ ਕਰਨੀ ਵੀ ਇੱਕ ਵਾਰ ਹੈ, ਤਾਂ ਦੈਟ ਇਜ਼ ਅ ਯੂਲਰ ਗ੍ਰਾਫ। ਜਿਹੜਾ ਸੈਕਿੰਡ ਡਾਇਗਰਾਮ ਹੈ ਇਹ ਆਪਣੇ ਕੋਲ ਨਹੀਂ ਬਣਦੀ, ਪਤਾ ਹੀ ਚੱਲਦਾ ਡਿਸਕਨੈਕਟਡ ਗ੍ਰਾਫ ਹੈ, ਕਨੈਕਟਡ ਗ੍ਰਾਫ ਹੀ ਨਹੀਂ ਹੈਗਾ। ਇਸ 'ਚ ABCD ਅਤੇ EFGH ਕੀ ਹੈ, ਦੋ ਅਲੱਗ-ਅਲੱਗ ਆਪਣੇ ਕੋਲੇ ਕੰਪੋਨੈਂਟਸ ਬਣਦੇ ਹੈਗੇ। ਦਿਸ ਇਜ਼ ਨੋਟ ਦਾ ਯੂਲਰ ਗ੍ਰਾਫ। ਕਲੀਅਰ। ਪਹਿਲਾਂ ਕਨੈਕਟਡ ਹੀ ਨਹੀਂ, ਕਿਉਂਕਿ ਕਨੈਕਟਡ ਗ੍ਰਾਫ ਹੀ ਆਪਣੇ ਕੋਲੇ ਜਿਹੜਾ ਹੈਗਾ ਯੂਲਰ ਗ੍ਰਾਫ ਬਣਦਾ ਹੈ। ਕਲੀਅਰ ਬੇਟਾ, ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ। ਨੈਕਸਟ ਆਪਾਂ ਅਗਲੇ ਲੈਕਚਰ ਕਰਾਂ। ਥੈਂਕ ਯੂ।